ਤਵੱਜੋ ਦਿਵਾਉਣ ਵਾਸਤੇ ਆਪਣੇ ਕੰਮ ਕਰਨਗੇ, ਲੇਕਿਨ ਜਦੋਂ ਦੂਜਾ ਕੋਈ ਅਫਸਰ ਆਉਂਦਾ ਤੇ ਨਾਲ ਹੀ ਸਾਰੀਆਂ ਸੀਲਾਂ ਖੁੱਲ ਜਾਂਦੀਆਂ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਜਾਂ ਕੁਝ ਜਿਹੜੀਆਂ ਬਿਲਡਿੰਗ ਸੀਲ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਤੇ ਕਿਸੇ ਵੱਲੋਂ ਨਕਸ਼ਾ ਨਹੀਂ ਪਾਸ ਕਰਵਾਇਆ ਗਿਆ ਔਰ ਇਲੀਗਲ ਬਣਾਈ ਗਈ ਔਰ ਟੋਟਲੀ ਬੰਦ ਰਹਿਣਗੀਆਂ ਜਦੋਂ ਤੱਕ ਅਗਲਾ ਕੋਈ ਨਕਸ਼ਾ ਨਹੀਂ ਅਪਲਾਈ ਕਰਦਾ ਜਾਂ ਉਹਨੂੰ ਪਾਸ ਕਰਨ ਲਈ ਸਾਡੇ ਕੋਲ ਅਪਰੋਚ ਨਹੀਂ ਕਰਦਾ। ਤੇ ਜੀਟੀ ਰੋਡ ਉੱਤੇ ਅਮਨਦੀਪ ਹਸਪਤਾਲ ਦੇ ਨਾਲ ਇੱਕ ਬਿਲਡਿੰਗ ਬਣ ਰਹੀ ਹੈ ਜਿਹੜੀ ਕਿ ਬਾਏ ਲਾਸ ਟੋਟਲੀ ਜਿਹੜੀ ਹੈ ਉਹ ਮਤਲਬ ਇੱਕ ਹਿਸਾਬ ਨਾਲ ਗਲਤ ਬਣ ਰਹੀ ਹੈ। ਜੇਕਰ ਸਾਡੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਨੇ ਅਸੀਂ ਕੋਈ ਨਾ ਕੋਈ ਬਿਲਡਿੰਗ ਇਸ ਤਰ੍ਹਾਂ ਸਾਡੇ ਕੋਲ ਓਨਰ ਆ ਗਿਆ ਕਿ ਮੈਂ ਵਾਇਲੇਸ਼ਨ ਕੀਤੀਆਂ ਨੇ ਤੇ ਮੈਂ ਆਪਣੀ ਵਾਇਲੇਸ਼ਨ ਠੀਕ ਕਰ ਦੇਵਾਂਗਾ, ਜੇ ਉਹ ਵਾਇਲੇਸ਼ਨਾਂ ਠੀਕ ਕਰਨ ਦੀ ਸਾਡੇ ਕੋਲ ਐਫੀਡੇਵਿਟ ਦਿੰਦਾ ਹੈ ਅਸੀਂ ਉਹਨੂੰ ਬਿਲਡਿੰਗ ਉਹਦੀ ਡੀਸੀਲ ਕਰਦੇ ਹਾਂ ਔਰ ਡੀਸੀਲ ਕਰਨ ਉਪਰੰਤ ਕੰਸਰਨਡ ਏਟੀਪੀ ਕੰਸਰਨਡ ਬਿਲਡਿੰਗ ਇੰਸਪੈਕਟਰ ਔਰ ਐਮਟੀਪੀ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਕਿ ਉਸ ਬਿਲਡਿੰਗ ਨੂੰ ਮੋਨੀਟਰ ਕਰਨਾ। ਆਮ ਜਨਤਾ ਤੁਹਾਡੇ ਕੋਲੋਂ ਸਵਾਲ ਪੁੱਛਦੀ, ਸੰਦੀਪ ਰਿਸ਼ੀ ਜੀ ਤੁਸੀਂ ਮੈਨੂੰ ਜਵਾਬ ਦਿਓ ਕਿ ਤੁਹਾਡੇ ਹੁੰਦਿਆਂ ਇਹ ਕਿਉਂ ਨਹੀਂ ਟੁੱਟਦੇ ਪਏ ਜਾਂ ਤੁਹਾਡੇ ਹੁੰਦਿਆਂ ਕਬਜ਼ੇ ਕਿਸ ਤਰ੍ਹਾਂ ਹੋ ਰਹੇ ਨੇ। ਜੇਕਰ ਕਿਸੇ ਵਿਅਕਤੀ ਨੇ ਕੋਈ ਬਿਲਡਿੰਗ ਖੁਲਵਾ ਲਈ ਆ, ਖੁਲਵਾਉਣ ਤੋਂ ਬਾਅਦ ਉਹਦਾ ਕੰਮ ਸ਼ੁਰੂ ਕਰ ਲਿਆ ਉਹਨੇ ਕਿ ਮੈਂ ਫਿਨਿਸ਼ਿੰਗ ਕਰ ਲਵਾਂਗਾ ਤਾਂ ਉਹ ਭੁਲੇਖੇ 'ਚ ਬੰਦਾ ਰਹੇਗਾ। ਅਸੀਂ 7-8 ਦਿਨਾਂ ਬਾਅਦ ਅਸੀਂ ਉਹਦਾ ਸਟੇਟਸ ਚੈੱਕ ਕਰਨਾ ਕਿ ਉਹਨੇ ਬਿਲਡਿੰਗ ਜਿਹੜੀ ਆ ਉਹ ਜਿਹੜੀ ਉਹਦੀ ਫਿਨਿਸ਼ਿੰਗ ਸ਼ੁਰੂ ਕੀਤੀ ਹੈ ਕਿ ਉਹਨੇ ਉਹਦੀ ਤੋੜ ਤੜਾਈ ਸ਼ੁਰੂ ਕੀਤੀ ਹੈ। ਜੇਕਰ ਤੋੜ ਤੜਾਈ ਨਹੀਂ ਸ਼ੁਰੂ ਕੀਤੀ 7-8 ਦਿਨਾਂ ਦੇ ਵਿੱਚ ਤੇ ਉਹ ਬਿਲਡਿੰਗ ਦੁਬਾਰਾ ਸੀਲ ਹੋਏਗੀ। ਨਜਾਇਜ਼ ਇੱਕ ਦੋ ਬਿਲਡਿੰਗਾਂ ਦੇ ਵਿੱਚ ਅਮਨਦੀਪ ਹਸਪਤਾਲ ਨੇ ਇੱਕ ਬ੍ਰਿਜ ਬਣਾਇਆ। ਤੁਸੀਂ ਦੱਸੋ ਕਿ ਕਿੰਨੀਆਂ ਕੰਪਲੇਂਟਾਂ ਗਈਆਂ, ਤੁਸੀਂ ਦੱਸੋ ਸ਼ਹਿਰ ਦੇ ਵਿੱਚ ਇਹੋ ਜਿਹਾ ਕਿਹੜਾ ਬ੍ਰਿਜ ਹੈ ਜਾਂ ਕਿਹੜੀ ਬਿਲਡਿੰਗ ਹੈ ਜਿਹਦੇ ਚੋਂ ਆਪਣਾ ਬਣਾ ਸਕਦੇ ਨੇ। ਇਸ ਤਰ੍ਹਾਂ ਕਿ G20 ਆ ਰਿਹਾ ਤੇ ਚਰਚਾ ਦਾ ਵਿਸ਼ੇ ਬਣਿਆ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੀ ਆਬੋ ਹਵਾ ਬਦਲਣ ਵਾਲੀ ਹੈ। ਇਸੇ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ। ਨਮਸਕਾਰ, ਮੈਂ ਕੈਲਾਸ਼ ਤੇ ਤੁਸੀਂ ਦੇਖ ਰਹੇ ਹੋ ਲਾਈਵ ਭਾਰਤ ਤੇ ਅੱਜ ਸਾਡੇ ਖਾਸ ਮਹਿਮਾਨ ਗੁਰਮੀਤ ਸਿੰਘ ਬੱਬਲੂ ਜੀ ਹਨ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਹੀ ਗੱਲ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਜਿਸ ਨੂੰ G20 ਲਈ ਚੁਣਿਆ ਗਿਆ ਤੇ ਜਿਸ ਦਾ ਨਾਮ ਸੁਣ ਕੇ ਅੰਮ੍ਰਿਤਸਰ ਦੇ ਹਰ ਇੱਕ ਵਸਨੀਕ ਦੇ ਇੱਕ ਚਿਹਰੇ ਤੇ ਰੌਣਕ ਆ ਜਾਂਦੀ ਹੈ, ਇੱਕ ਫਖਰ ਮਹਿਸੂਸ ਹੁੰਦਾ ਕਿ ਸਾਡੇ ਸ਼ਹਿਰ ਨੂੰ G20 ਸੰਮੇਲਨ ਦੇ ਲਈ ਚੁਣਿਆ ਗਿਆ, ਜਿਸ ਕਰਕੇ ਇੰਟਰਨੈਸ਼ਨਲੀ ਸਾਡੇ ਸ਼ਹਿਰ ਦੇ ਵਿੱਚ ਆਗਮਨ ਹੋਏਗਾ। ਤੇ ਇਸ ਦੇ ਨਾਲ ਕੁਝ ਬਦਲਾਅ ਵੀ ਸ਼ਹਿਰ ਦੇ ਵਿੱਚ ਸ਼ੁਰੂ ਹੋ ਗਏ ਹਨ। ਸ਼ਹਿਰ ਨੂੰ ਸਾਫ਼ ਸੁੰਦਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਮੁੱਦੇ ਤੇ ਗੱਲ ਕਰਾਂਗੇ ਤੇ ਗੱਲ ਕਰਾਂਗੇ ਹੋਰ ਚਾਰੇ ਅੰਮ੍ਰਿਤਸਰ ਦੇ ਵਿੱਚ ਕਰੰਟ ਮੁੱਦਿਆਂ ਦੇ ਬਾਰੇ। ਤੇ ਸਵਾਗਤ ਹੈ ਸਰ ਤੁਹਾਡਾ ਲਾਈਵ ਭਾਰਤ ਦੇ ਵਿੱਚ। ਆਪ ਜੀ ਦਾ ਬਹੁਤ ਧੰਨਵਾਦ ਕੈਲਾਸ਼ ਜੀ, ਕਿਉਂਕਿ ਹਮੇਸ਼ਾ ਮੈਂ ਦੇਖਦਾ ਕਿ ਲਾਈਵ ਭਾਰਤ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਤੇ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਇਸ ਚੈਨਲ ਤੇ ਮੈਂ ਆ ਕੇ ਕੋਈ ਸੁਝਾਅ ਜਾਂ ਬੋਲਦਾ ਜੀ। ਜਿਸ ਤਰ੍ਹਾਂ ਕਿ ਆਪਣੇ ਸ਼ਹੀਦੇ ਆਜ਼ਮ ਭਗਤ ਸਿੰਘ ਯੂਥ ਫਰੰਟ ਵੀ ਹੈ, ਉਸ ਦੇ ਅੰਡਰ ਵੀ ਤੁਸੀਂ ਕੰਮ ਕੀਤਾ। ਸਭ ਤੋਂ ਪਹਿਲਾਂ ਤਾਂ ਤੁਸੀਂ ਭਗਤ ਸਿੰਘ ਨੂੰ ਸ਼ਹੀਦੇ ਦਾ ਦਰਜਾ ਦਿਵਾਉਣ ਦੇ ਲਈ ਬੀੜਾ ਚੁੱਕਿਆ। ਉਸ ਤੋਂ ਬਾਅਦ ਅੰਮ੍ਰਿਤਸਰ ਦੇ ਸ਼ਹਿਰੀ ਮੁੱਦੇ ਬਹੁਤ ਜ਼ਿਆਦਾ ਚੁੱਕੇ, ਜੇ ਗੱਲ ਕਰੀਏ ਤੇ ਇਸ ਤਰ੍ਹਾਂ ਦੇ ਮੁੱਦੇ ਚੁੱਕੇ ਜਿਸ ਦੇ ਬਾਰੇ ਬੋਲਣ ਤੋਂ ਵੀ ਲੋਕੀ ਡਰਦੇ ਹਨ। ਤੇ ਅੱਜ ਆਪਾਂ ਗੱਲ ਕਰਾਂਗੇ G20 ਤੇ ਸ਼ਹਿਰ ਦੇ ਚੱਲ ਰਹੇ ਮੌਜੂਦਾ ਹਾਲਾਤ ਦੇ ਬਾਰੇ, ਤੇ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਸਰ ਬਿਲਕੁਲ ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਜਿਹੜਾ ਹੈ ਵਰਲਡ ਲੈਵਲ ਦਾ G20 ਹੋ ਰਿਹਾ, ਜਿਹਦੇ ਵਿੱਚ ਕਿ ਸੈਂਟਰ ਗਵਰਨਮੈਂਟ ਦੀ ਵੀ ਪੂਰੀ ਸਪੋਰਟ ਹੈ ਜਿਹਨੂੰ ਕਹਿ ਸਕਦੇ ਹਾਂ। ਜਿਸ ਤਰ੍ਹਾਂ ਕਿ ਪਹਿਲਾਂ ਵੀ ਹੈਰੀਟੇਜ ਸਿਟੀ ਡਿਕਲੇਅਰ ਕੀਤਾ, ਹੈਰੀਟੇਜ ਦੇ ਹਿਸਾਬ ਦੇ ਨਾਲ ਇੰਨਾ ਕੁਝ ਡਿਵੈਲਪਮੈਂਟ, ਇੰਨਾ ਪੈਸਾ ਲੱਗਾ ਅੰਮ੍ਰਿਤਸਰ ਦੇ ਵਿੱਚ। ਹੁਣ G20 ਦੇ ਵਿੱਚ ਵੀ ਇੰਨਾ ਪੈਸਾ ਕਰੋੜਾਂ 'ਚ ਆ ਰਿਹਾ ਪੈਸਾ ਸਿਰਫ ਅੰਮ੍ਰਿਤਸਰ ਨੂੰ ਸੁਧਾਰਨ ਵਾਸਤੇ। ਤੇ ਮੇਰੀ ਇਹੋ ਆਵਾਜ਼ ਹੈਗੀ ਹੈ ਤੁਹਾਡੇ ਚੈਨਲ ਦੇ ਰਾਹੀਂ, ਖਾਸ ਤੌਰ ਤੇ ਜਿਹੜੇ ਅਫਸਰ ਜਿਹੜਾ ਮਹਿਕਮੇ ਜਿਨ੍ਹਾਂ ਨੇ ਡਿਵੈਲਪਮੈਂਟ ਦਾ ਸਿਰਾ ਚੁੱਕਿਆ, ਮੈਂ ਇਹੋ ਚਾਹੁੰਦਾ ਕਿ G20 ਦੇ ਜਿਹੜੇ ਫੰਡਸ ਨੇ ਉਹਨਾਂ ਨੂੰ ਪ੍ਰੋਪਰ ਯੂਜ਼ ਕੀਤਾ ਜਾਵੇ ਔਰ ਸਹੀ ਜਗ੍ਹਾ ਯੂਜ਼ ਕੀਤਾ ਜਾਵੇ। ਫੰਡਿੰਗ ਤੇ ਯੂਜ਼ ਹੁੰਦੀ ਪਈ ਹੈ। ਕੱਲ ਵੀ ਇੱਕ ਮੈਂ ਖਬਰ ਕੀਤੀ ਜਿਹੜਾ ਕਿ ਅੰਮ੍ਰਿਤਸਰ ਦੇ ਸੈਂਟਰ ਦੇ ਵਿੱਚ ਦੀਨ ਦਿਆਲ ਕੰਪਲੈਕਸ ਮਾਰਕੀਟ ਹੈ, ਮਾਰਕੀਟ ਦੇ ਬਾਹਰੋਂ ਤੇ ਉਹਨੂੰ ਟਾਇਲਟ ਟੂਇਲਟ ਲਗਾ ਕੇ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਗਰ ਜੇ ਮੌਜੂਦਾ ਦੇਖੀਏ ਅੰਦਰ ਬਹੁਤ ਜ਼ਿਆਦਾ ਗੰਦਗੀ ਹੈ, ਉਹਦੀ ਸਫਾਈ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਦੇਖੋ ਜੀ, ਇਹ ਜਿਹੜੇ ਮੁੱਦੇ ਨੇ ਇਹ ਸਾਡੇ ਲੋਕਲ ਲੈਵਲ ਤੇ ਨੇ, ਜਿਹਦੇ ਵਿੱਚ ਜਿਸ ਤਰ੍ਹਾਂ ਇੰਪਰੂਵਮੈਂਟ ਟਰਸਟ ਹੋਈ ਜਾਂ ਕਾਰਪੋਰੇਸ਼ਨ ਹੋਈ, ਇਹ ਜਿਹੜੇ ਮੁੱਦੇ ਨੇ ਉਹਨਾਂ ਦੀ ਨੇਚਰ 'ਚ ਜਾਂ ਉਹਨਾਂ ਦੀ ਸਮਝ ਆਉਣਾ ਚਾਹੀਦਾ। ਲੇਕਿਨ ਇਸ ਚੀਜ਼ਾਂ ਵੱਲ ਧਿਆਨ ਨਾ ਦੇ ਕੇ ਜਿਹੜਾ ਸਾਡਾ ਮੇਜਰ ਕਾਰਪੋਰੇਸ਼ਨ ਜਿਹੜਾ ਉਹ ਇਸ ਵੇਲੇ ਕਰਪਸ਼ਨ ਦਾ ਇੱਕ ਹੱਬ ਬਣ ਗਈ ਹੋਈ ਹੈ, ਮੇਜਰ ਕਰਪਸ਼ਨ ਦੀ ਹੱਬ ਬਣ ਗਈ ਹੋਈ ਹੈ, ਜਿਹਦੇ ਵਿੱਚ ਵੱਡੇ ਵੱਡੇ ਅਫਸਰ ਸਾਰੇ ਹੀ ਇੱਥੋਂ ਤੱਕ ਕਿ ਬਈ ਜਿਹੜੇ ਪਤਾ ਹੋਣ ਦੇ ਬਾਵਜੂਦ ਵੀ ਉਹਦੇ ਵੱਲ ਧਿਆਨ ਨਹੀਂ ਦੇ ਰਹੇ। ਔਰ ਬੜੇ ਅਫਸੋਸ ਦੀ ਗੱਲ ਹੈ ਕਿ ਐਡੇ ਵੱਡੇ IAS ਅਫਸਰ ਹੋਣ ਜਾਂ ਉਹਨਾਂ ਨੂੰ ਸਭ ਕੁਝ ਪਤਾ ਹੋਵੇ ਸ਼ਹਿਰ ਦੇ ਹਾਲਾਤ, ਇੱਕ IAS ਅਫਸਰ ਆਏਗਾ ਜਿਹੜਾ ਕਿ ਆ ਕੇ ਬਿਲਡਿੰਗਾਂ ਸੀਲ ਕਰੇਗਾ ਜਾਂ ਆਪਣੇ ਕੰਮ ਨੂੰ ਤਵੱਜੋ ਦਿਵਾਉਣ ਵਾਸਤੇ ਆਪਣੇ ਕੰਮ ਕਰਨਗੇ, ਲੇਕਿਨ ਜਦੋਂ ਦੂਜਾ ਕੋਈ ਅਫਸਰ ਆਉਂਦਾ ਤੇ ਨਾਲ ਹੀ ਸਾਰੀਆਂ ਸੀਲਾਂ ਖੁੱਲ ਜਾਂਦੀਆਂ ਨੇ। ਕੀ ਕਾਰਨ ਹੈ ਕਿ ਪਹਿਲਾਂ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਵਧੀਆ ਮੁੱਦਾ ਚੁੱਕਿਆ ਕਿ ਪਹਿਲਾਂ ਕੁਮਾਰ ਸੌਰਵ ਦੇ ਕਾਰਜਕਾਲ ਦੌਰਾਨ ਤਕਰੀਬਨ 16 ਹੋਟਲ ਦੀਆਂ ਬਿਲਡਿੰਗਾਂ ਸੀਲ ਕੀਤੀਆਂ ਗਈਆਂ ਜਿਹੜੇ ਨਜਾਇਜ਼ ਉਸਾਰੀ ਹੋ ਰਹੀ ਸੀ ਅੰਮ੍ਰਿਤਸਰ ਦੇ ਵਿੱਚ, ਪਰ ਅੱਜ ਉਹ ਸਾਰੀ ਸੀਲ ਖੁੱਲੀ ਹੈ ਤੇ ਧੜੱਲੇ ਨਾਲ ਕੰਸਟਰਕਸ਼ਨ ਚੱਲ ਰਹੀ ਹੈ, ਜਿਸ ਦਾ ਬਾਰ-ਬਾਰ ਮੀਡੀਆ ਨੇ ਵੀ ਸਵਾਲ ਚੁੱਕੇ ਆ, ਹੋਰ ਵੀ ਲੋਕਾਂ ਨੇ ਸਵਾਲ ਚੁੱਕੇ, ਪਰ
ਕਾਰਨ ਕੀ ਉਹ ਕੰਸਟਰਕਸ਼ਨ ਹਜੇ ਤੱਕ ਨਹੀਂ ਰੁਕ ਰਹੀ? ਜੀ ਮੈਂ ਤੁਹਾਨੂੰ ਦੱਸਣਾ ਸਰ, ਗੱਲ ਬੜੇ ਅਫਸੋਸ ਵਾਲੀ ਹੈ, ਦੁੱਖ ਵੀ ਹੁੰਦਾ ਕਿ ਇੱਕ ਪੀਸੀਐਸ ਅਫਸਰ ਦੀ ਜੁਆਇਨਿੰਗ ਜਿਹੜੀ ਆ ਅੰਮ੍ਰਿਤਸਰ ਤੋਂ ਸ਼ੁਰੂ ਹੋਈ, ਠੀਕ ਹੈ ਜੀ। ਅੱਜ ਉਹ ਆਈਏਐਸ ਅਫਸਰ ਬਣ ਗਿਆ, ਉਹਨਾਂ ਦਾ ਨਾਮ ਸ਼੍ਰੀ ਸੰਦੀਪ ਰਿਸ਼ੀ ਜੀ। ਸਭ ਤੋਂ ਜ਼ਿਆਦਾ ਟਾਈਮ ਉਹਨਾਂ ਨੇ ਅੰਮ੍ਰਿਤਸਰ 'ਚ ਬਿਤਾਇਆ ਜੀ। ਸਭ ਤੋਂ ਵੱਡੀ ਗੱਲ ਆ, ਭਾਵੇਂ ਉਹ ਪੂਡਾ 'ਚ ਹੋਣ, ਭਾਵੇਂ ਇੰਪਰੂਵਮੈਂਟ ਟਰਸਟ 'ਚ ਹੋਣ, ਭਾਵੇਂ ਕਾਰਪੋਰੇਸ਼ਨ 'ਚ ਹੋਣ, ਭਾਵੇਂ ਏਡੀਏ 'ਚ ਹੋਣ, ਲੇਕਿਨ ਸਭ ਤੋਂ ਜ਼ਿਆਦਾ ਟਾਈਮ ਉਹਨਾਂ ਨੇ ਅੰਮ੍ਰਿਤਸਰ 'ਚ ਕਮਾਇਆ। ਲੇਕਿਨ ਅਫਸੋਸ ਵਾਲੀ ਗੱਲ ਹੈ ਕਿ ਇੰਨਾ ਨਜ਼ਦੀਕ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਦਾ ਕੋਈ ਕੰਮ ਨਹੀਂ ਹੋ ਰਿਹਾ ਕੋਲੋਂ। ਅੱਖੀ ਵੇਖ ਮੱਖੀ ਖਾਂਦੇ ਪਏ ਨੇ। ਅੱਜ ਦੀ ਤਰੀਕ ਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ ਕਿ ਮੇਨ ਰੋਡ ਅੰਮ੍ਰਿਤਸਰ ਤੋਂ ਤੇ ਜੀਟੀ ਰੋਡ ਤੋਂ ਤੇ ਅਮਨਦੀਪ ਹਸਪਤਾਲ ਦੇ ਨਾਲ ਇੱਕ ਬਿਲਡਿੰਗ ਬਣ ਰਹੀ ਹੈ, ਜਿਹੜੀ ਕਿ ਬਾਏ ਲਾਸ ਟੋਟਲੀ ਜਿਹੜੀ ਹੈ ਉਹ ਮਤਲਬ ਇੱਕ ਹਿਸਾਬ ਨਾਲ ਗਲਤ ਬਣ ਰਹੀ ਹੈ। ਨਾ ਹੀ ਉਹਦੀ ਕੋਈ ਐਨਓਸੀ ਇਸ਼ੂ ਹੋ ਰਹੀ ਹੈ, ਨਾ ਹੀ ਕੋਈ ਆਂਢੀ ਗੁਆਂਢੀਆਂ ਜਿਹੜੇ ਉਹਨਾਂ ਲੋਕੀ ਪਰੇਸ਼ਾਨ ਹੋਏ ਨੇ ਰਾਣੀ ਕੇ ਬਾਗ ਦੇ, ਉਹਨਾਂ ਦੇ ਖਿਲਾਫ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਉਂ? ਕਿਉਂਕਿ ਸਾਡੇ ਅਫਸਰ ਨਹੀਂ ਸੁਣਦੇ। ਮਤਲਬ ਇੱਕ ਕਲੋਜ਼ ਰਿਸ਼ਤਾ ਉਹਨਾਂ ਦਾ ਆਪਸ 'ਚ ਬਣਿਆ, ਇੱਕ ਆਪਸ 'ਚ ਉਹਨਾਂ ਦੀ ਅੰਡਰਸਟੈਂਡਿੰਗ ਬਣੀ ਹੈ ਵਿੱਚ ਅਮਨਦੀਪ ਹਸਪਤਾਲ ਦੀ ਤੇ ਉਹਨਾਂ ਦੀ। ਮੈਂ ਸ਼ਰੇਆਮ ਕਹੂੰਗਾ, ਮੈਨੂੰ ਕਿਸੇ ਗੱਲ ਦਾ ਡਰ ਨਹੀਂਗਾ, ਕਿਉਂਕਿ ਅੰਡਰਸਟੈਂਡਿੰਗ ਹੈ। ਫਿਰ ਉਹ ਇੱਕ ਚੀਜ਼ ਵੇਖੋ, ਤੁਸੀਂ ਕਾਫੀ ਟਾਈਮ ਤੋਂ ਨਜਾਇਜ਼ ਇੱਕ ਦੋ ਬਿਲਡਿੰਗਾਂ ਦੇ ਵਿੱਚ ਅਮਨਦੀਪ ਹਸਪਤਾਲ ਨੇ ਇੱਕ ਬ੍ਰਿਜ ਬਣਾਇਆ ਹੈ। ਤੁਸੀਂ ਦੱਸੋ ਕਿ ਕਿੰਨੀਆਂ ਕੰਪਲੇਂਟਾਂ ਗਈਆਂ, ਤੁਸੀਂ ਦੱਸੋ ਸ਼ਹਿਰ ਦੇ ਵਿੱਚ ਇਹੋ ਜਿਹਾ ਕਿਹੜਾ ਬ੍ਰਿਜ ਹੈ ਜਾਂ ਕਿਹੜੀ ਬਿਲਡਿੰਗ ਹੈ ਜਿਹਦੇ 'ਚ ਉਹ ਆਪਣਾ ਬਣਾ ਸਕਦੇ ਨੇ? ਇੰਨੀਆਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਬ੍ਰਿਜ ਹੈ ਨਹੀਂ ਟੁੱਟਾ, ਨਾ ਹੀ ਹਿੱਲਾ। ਕੀ ਕਾਰਨ ਹੈ ਕਿ ਉਹ ਬ੍ਰਿਜ 1-2 ਸਾਲ ਤੋਂ ਨਹੀਂ, ਕਈ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ? ਪਹਿਲਾਂ ਕੱਚਾ ਸੀ, ਹੁਣ ਪੱਕਾ ਵੀ ਕਰ ਦਿੱਤਾ ਗਿਆ। ਇੱਕ ਬਿਲਡਿੰਗ ਨੂੰ ਦੂਸਰੀ ਬਿਲਡਿੰਗ ਦਾ ਜੋੜ ਰਿਹਾ। ਸਿਰਫ ਪੂਰੇ ਸ਼ਹਿਰ ਦੀ ਗੱਲ ਕਰੀਏ ਤੇ ਇਕਲੌਤੀ ਬਿਲਡਿੰਗ ਹੈ ਜਿੱਥੇ ਕਿ ਬ੍ਰਿਜ ਇੱਕ ਦੂਸਰੇ ਨੂੰ ਦਿੱਤਾ ਗਿਆ ਹੈ। ਸਰ ਇੱਥੋਂ ਪਤਾ ਲੱਗਦਾ ਨਾ, ਇੱਕ ਸਾਂਝ ਹੈਗੀ ਇਹਨਾਂ ਦੀ, ਇੱਕ ਮਿਲੀ ਭਗਤ ਹੈਗੀ ਹੈ ਅਫਸਰਾਂ ਦੀ। ਇਹ ਬਿਊਰੋਕ੍ਰੇਸੀ ਦੇ ਵਿੱਚ ਜਿਹੜਾ ਨੈਕਸਸ ਬਣਦਾ ਪਿਆ ਇਹ ਗਲਤ ਹੋ ਰਿਹਾ। ਲੇਕਿਨ ਆ ਗਿਆ ਕਿ ਅੱਜ ਸਾਨੂੰ ਆਵਾਜ਼ ਬੁਲੰਦ ਕਰਨੀ ਪੈਣੀ ਹੈ। ਸ਼ਹਿਰ ਦੇ ਵਿੱਚ ਜਿਹੜੇ ਚਾਕਲੇਟ ਬੁਆਏ ਸਾਡੇ ਜਿਹੜੇ ਹੈਗੇ ਨੇ ਰਿਸ਼ੀ ਜੀ, ਜਿਹੜੇ ਕਿ ਪੀਸੀਐਸ ਤੋਂ ਬਣ ਕੇ ਅੱਜ ਆਈਐਸ ਅਫਸਰ ਬਣ ਗਏ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਲਾਰੈਂਸ ਰੋਡ ਦੇ ਉੱਤੇ ਬੰਸਲ ਸਵੀਟਸ, ਬੰਸਲ ਬੇਕਰੀ, ਜਿਨ੍ਹਾਂ ਨੇ ਟੋਟਲੀ ਸੜਕ ਦੇ ਉੱਤੇ ਕਬਜ਼ਾ ਕੀਤਾ, ਸ਼ਹਿਰ ਦੀ ਇਨਕਰੋਚਮੈਂਟ ਦੇ ਉੱਤੇ ਕਬਜ਼ਾ ਕੀਤਾ, ਸਰਕਾਰੀ ਸੜਕਾਂ ਦੇ ਉੱਤੇ ਕਬਜ਼ਾ ਕੀਤਾ, ਮੈਨੂੰ ਦੱਸੋ ਕਿ ਉਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ? ਤੁਹਾਨੂੰ ਸਿਰਫ ਬ੍ਰਾਂਡ ਨਜ਼ਰ ਆਉਂਦਾ ਕਿ ਅਮਨਦੀਪ ਹਸਪੀਟਲ, ਕਿ ਤੁਹਾਨੂੰ ਸਿਰਫ ਬ੍ਰਾਂਡ ਨਜ਼ਰ ਆਉਂਦਾ ਕਿ ਬੰਸਲ ਸਵੀਟਸ, ਬੰਸਲ ਬੇਕਰੀ, ਹੋਰ ਕੁਝ ਨਜ਼ਰ ਨਹੀਂ ਆਉਂਦਾ? ਕੀ ਸਹੂਲਤਾਂ ਦਿੰਦੇ ਨੇ ਤੁਹਾਨੂੰ? ਮੈਨੂੰ ਗੱਲ ਦਾ ਜਵਾਬ ਦਿਓ। ਆਮ ਜਨਤਾ ਤੁਹਾਡੇ ਕੋਲੋਂ ਸਵਾਲ ਪੁੱਛਦੀ, ਸੰਦੀਪ ਰਿਸ਼ੀ ਜੀ ਤੁਸੀਂ ਮੈਨੂੰ ਜਵਾਬ ਦਿਓ ਕਿ ਤੁਹਾਡੇ ਹੁੰਦਿਆਂ ਇਹ ਕਿਉਂ ਨਹੀਂ ਟੁੱਟਦੇ ਪਏ, ਜਾਂ ਤੁਹਾਡੇ ਹੁੰਦਿਆਂ ਕਬਜ਼ੇ ਕਿਸ ਤਰ੍ਹਾਂ ਹੋ ਰਹੇ ਨੇ? ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ, ਅੱਜ ਤੁਸੀਂ ਸਵਾਲ ਪੁੱਛਿਆ ਮੈਨੂੰ ਕਿ 15-16 ਹਸਪੀਟਲ ਹੋਟਲਸ ਜਿਹੜੇ ਕਿ ਸ਼ਹਿਰ ਦੇ ਵਿੱਚ ਬੰਦੇ ਪਏ, ਜਿਹੜੇ ਕਿ ਐਨਜੀਟੀ ਦੇ ਵਿੱਚ ਨਹੀਂ ਆਉਂਦੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਹਾਈ ਕੋਰਟ ਨੇ ਵੀ ਮਨਾ ਕੀਤਾ। ਤੁਸੀਂ ਗੱਲ ਦਾ ਜਵਾਬ ਦਿਓ ਮੈਨੂੰ, 8-8 ਫੁੱਟ ਦੀ ਗਲੀ ਦੇ ਵਿੱਚ 15-15 ਹੋਟਲ ਜਿਹੜੇ ਉੱਥੇ ਬੰਦੇ ਪਏ ਨੇ। ਤੁਸੀਂ ਰੱਬ ਨਾ ਕਰੇ ਕਿ ਕੋਈ ਕੱਲ ਨੂੰ ਕੋਈ 19-21 ਗੱਲ ਹੋ ਜਾਵੇ, ਕੋਈ ਅੱਗ ਲੱਗ ਜਾਏ, ਕੁਛ ਹੋ ਜਾਏ, ਤੁਸੀਂ ਉਸ ਏਰੀਆ ਦੇ ਵਿੱਚ ਫਾਇਰ ਬ੍ਰਿਗੇਡ ਤੱਕ ਨਹੀਂ ਲੈ ਕੇ ਜਾ ਸਕਦੇ। ਤੁਸੀਂ ਦੱਸੋ ਉਹ ਨੁਕਸਾਨ ਕੌਣ ਭਰੇਗਾ? ਮੈਨੂੰ ਦੱਸੋ ਕਿ ਕਾਰਪੋਰੇਸ਼ਨ ਉਹਨਾਂ ਨੂੰ ਐਨਓਸੀ ਕਿਸ ਤਰ੍ਹਾਂ ਇਸ਼ੂ ਕਰਨ ਦੀ ਹੈ? ਉਹ ਹੋਟਲ ਕਿਸ ਤਰ੍ਹਾਂ ਬੰਦੇ ਪਏ ਨੇ? ਸਿਰਫ ਇਹਨਾਂ ਦੀ ਦੇਖ ਰੇਖ 'ਚ ਸੰਦੀਪ ਰਿਸ਼ੀ ਜੀ ਦੀ ਨੌਲੇਜ ਹੈ ਸਭ ਕੁਝ। ਫਿਰ ਸਭ ਤੋਂ ਵੱਡੀ ਗੱਲ, ਇੱਕ ਬਿਲਡਿੰਗ ਸੀਲ ਹੋਈ ਜੀ, ਰੋਸ਼ ਹੋਟਲ, ਜਿਹੜਾ ਅੰਮ੍ਰਿਤਸਰ ਦਾ ਮਸ਼ਹੂਰ ਹੈ ਰੇਲਵੇ ਲਿੰਕ ਰੋਡ ਦੇ ਕਾਰਨਰ ਦੇ ਉੱਤੇ। ਉਹ ਹੋਟਲ ਨੂੰ ਕਨਵਰਟ ਕੀਤਾ ਸ਼ਾਪ ਕੰਪਲੈਕਸ ਦੇ ਵਿੱਚ, ਉਹਦੇ 'ਚ 16-17 ਦੁਕਾਨਾਂ ਬਣੀਆਂ, ਜਿਹਦੇ 'ਚ ਕਿ ਅੱਜ ਤੱਕ ਕੋਈ ਐਨਓਸੀ ਸਰਕਾਰ ਵੱਲੋਂ ਇਸ਼ੂ ਨਹੀਂ ਹੋਈ, ਕਾਰਪੋਰੇਸ਼ਨ ਵੱਲੋਂ ਨਹੀਂ ਇਸ਼ੂ ਹੋਈ। ਫਿਰ ਇਹ ਦੁਕਾਨਾਂ ਵੇਚਣੇ ਲਗਾ ਦਿੱਤੀਆਂ, ਤਕਰੀਬਨ ਕਰੋੜ ਰੁਪਏ ਦੀ ਇੱਕ ਦੁਕਾਨ ਵੇਚਣ ਨੂੰ ਲਗਾ ਦਿੱਤੀ ਗਈ। ਤੁਸੀਂ ਵੇਖੋ ਨਾ, ਇੱਕ ਨੈਕਸਸ ਬਣ ਗਿਆ ਪ੍ਰਾਪਰਟੀ ਦਾ। ਤੇ ਉਹੀਓ ਗੱਲ ਕਿ ਸੰਦੀਪ ਰਿਸ਼ੀ ਨੂੰ ਜੇ ਤੁਸੀਂ ਸਵਾਲ ਪੁੱਛੋਗੇ, ਉਹਨੇ ਕਹਾ ਜੀ ਮੇਰੀ ਨੌਲੇਜ ਨਹੀਂ, ਮੈਂ ਵੇਖਦਾ, ਸਿਰਫ ਇਹੀ ਜਵਾਬ ਮਿਲੇਗਾ, ਇਸ ਤੋਂ ਬਾਅਦ ਤੁਹਾਨੂੰ ਕੋਈ ਜਵਾਬ ਨਹੀਂ ਮਿਲੇਗਾ। ਇੱਕ ਆਈਐਸ ਅਫਸਰ ਹੋ ਕੇ ਸ਼ਹਿਰ ਦੇ ਵਿੱਚ ਰਹਿ ਕੇ ਉਹਨੂੰ ਪਤਾ ਨਹੀਂ ਹੋਊਗਾ ਕਿ ਦਿਸ ਇਜ਼ ਦੀ ਪ੍ਰਾਈਮ ਲੋਕੇਸ਼ਨ, ਪ੍ਰਾਈਮ ਪ੍ਰਾਪਰਟੀ ਹੈ, ਤੇ ਤੁਸੀਂ 1-1 ਕਰੋੜ ਦੀ ਦੁਕਾਨਾਂ ਵਿਕਦੀ ਪਈਆਂ ਤੇ ਤੁਹਾਨੂੰ ਨਹੀਂ ਪਤਾ ਵਿਦਆਊਟ ਐਨਓਸੀ ਕਿਸ ਤਰ੍ਹਾਂ ਵਿਕਦੀ ਪਈਆਂ ਦੁਕਾਨਾਂ। ਇਹ ਬੜੀਆਂ ਚੀਜ਼ਾਂ ਨੇ ਜਿਹੜੀ ਕਿ ਮੈਂ ਮਾਨਯੋਗ ਪਬਲਿਕ ਦੇ ਦਿਮਾਗ 'ਚ ਵੀ ਲਾਉਣਾ ਚਾਹੁੰਦਾ। ਮੈਂ ਚਾਹੁੰਦਾ ਕਿ ਬਈ ਇਹ ਜਿਹੜੀ ਆਵਾਜ਼ ਜਿਹੜੀ ਹੈ ਆਵਾਮ ਤੱਕ ਪਹੁੰਚੇ। ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜੀ ਮੈਂ ਪੰਜਾਬ ਨੂੰ ਸੁਧਾਰਨ ਵਾਸਤੇ ਆਇਆ, ਠੀਕ ਹੈ ਜੀ। ਭਗਵੰਤ ਮਾਨ ਜੀ ਕਹਿੰਦੇ ਮੈਂ ਕਰਪਸ਼ਨ ਫ੍ਰੀ ਪੰਜਾਬ ਬਣਾਉਣਾ। ਤੁਸੀਂ ਦੱਸੋ ਭਗਵੰਤ ਮਾਨ ਜੀ, ਮੈਂ ਜਵਾਬ ਦਿੰਦਾ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਕਰਪਸ਼ਨ ਹਾਊਸ ਬਣ ਗਈ, ਕਰਪਸ਼ਨ ਹਾਊਸ। ਤੁਸੀਂ ਵੇਖੋ ਐਮਟੀਬੀ ਮਿਹਰਬਾਨ ਸਿੰਘ, ਜਿਹੜੀ ਸਭ ਤੋਂ ਵੱਡੀ ਗੱਲ ਹੈ, ਤੁਸੀਂ ਇਹ ਸ਼ਹਿਰ ਦੇ ਵਿੱਚ ਇੰਨੀਆਂ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਨੂੰ ਕੋਈ ਕੰਨ ਤੇ ਜੂ ਹੀ ਨਹੀਂ ਸਕਦੀ ਪਈ। ਉਹਨੂੰ ਕਹਾ ਕੋਈ ਗੱਲ ਨਹੀਂ ਜੀ, ਆਉਣ ਦਿਓ, ਜੋ ਹੈਗਾ ਵੇਖੀ ਜਾਏਗੀ। ਤੁਸੀਂ ਫਿਰ ਸਭ ਤੋਂ ਵੱਡੀ ਗੱਲ, ਸਾਡੇ ਮਾਨਯੋਗ ਮੰਤਰੀ ਲੋਕਲ ਬੋਡੀ ਮਿਨਿਸਟਰ ਸ਼੍ਰੀ ਇੰਦਰਬੀਰ ਨੱਜਰ, ਠੀਕ ਹੈ ਜੀ, ਉਹਨਾਂ ਦੀ ਆਪਣੀ ਬਿਲਡਿੰਗ ਨੱਜਰ ਸਕੈਨ ਸੈਂਟਰ, ਬੇਸਮੈਂਟਾਂ ਬਣੀਆਂ, ਸਭ ਕੁਝ ਬਣ ਰਿਹਾ। ਉਹਨਾਂ ਦੇ ਆਪਣਾ ਉਹਦੇ ਕਲੀਨਿਕ ਦੇ ਬਾਹਰ, ਸਕੈਨ ਸੈਂਟਰ ਦੇ ਬਾਹਰ ਬੇਤਹਾਸ਼ਾ ਰਸ਼, ਠੀਕ ਹੈ ਜੀ। ਉਹਨਾਂ ਦੇ ਸਾਹਮਣੇ ਰੇਹੜੀਆਂ ਲੱਗੀਆਂ ਫਰੂਟਾਂ ਦੀਆਂ। ਕੋਟ ਰੋਡ ਤੇ ਇਸ ਵੇਲੇ ਆਪਾਂ ਕਹਿੰਦੇ ਆ ਕਿ ਅੰਮ੍ਰਿਤਸਰ ਜਦਕਿ ਇੰਦਰਬੀਰ ਸਿੰਘ ਨਿੱਜਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਸਕੈਨ ਸੈਂਟਰ ਰੈਂਟ ਤੇ ਦੇ ਦਿੱਤਾ ਹੈ, ਰੈਂਟ ਤੇ ਦੇ ਦਿੱਤਾ ਗਿਆ।
ਸਰ ਰੈਂਟ ਤੇ ਦੇਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪ ਬਾਹਰ ਨਿਕਲ ਜਾਓਗੇ, ਤੁਸੀਂ ਇੱਥੇ ਹੀ ਰਹੋਗੇ। ਨਿੱਜਰ ਸਕੈਨ ਸੈਂਟਰ ਹੀ ਹੈ, ਨਾਮ ਉਹੀ ਚੱਲ ਰਿਹਾ। ਹਾਂ ਨਾਮ ਉਹੀਓ ਹੈ। ਤੁਸੀਂ ਇਹ ਸਿਰਫ ਕਾਗਜ਼ੀ ਪੱਤਰੀ ਸ਼ੋਅ ਕਰਨਾ, ਲੋਕਾਂ ਦੀ ਅੱਖਾਂ 'ਚ ਧੂੜ ਪਾਣੀ, ਇਹ ਬੇਵਕੂਫੀ ਅਸੀਂ ਹੁਣ ਨਹੀਂ ਬਰਦਾਸ਼ਤ ਕਰਾਂਗੇ। ਤੁਸੀਂ ਇੱਕ ਚੀਜ਼ ਨੂੰ ਵੇਖੋ, ਨਿੱਜਰ ਸਕੈਨ ਸੈਂਟਰ ਤੁਸੀਂ ਰੈਂਟ ਤੇ ਦੇਤਾ, ਲੇਕਿਨ ਤੁਹਾਡਾ ਵੀ ਤੇ ਕੋਈ ਕੰਸਰਨ ਹੈ, ਤੁਹਾਡੀ ਵੀ ਤੇ ਕੋਈ ਜ਼ਿੰਮੇਵਾਰੀ ਹੈ ਸ਼ਹਿਰ ਦੇ ਹਿਸਾਬ ਨਾਲ। ਤੁਸੀਂ ਵੀ ਤੇ ਵੇਖੋ ਕਿ ਮੇਰੇ ਸਕੈਨ ਸੈਂਟਰ 'ਚ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ। ਯਾਨੀ ਕਿ ਲੋਕਲ ਬੋਡੀ ਮੰਤਰੀ ਹੀ ਆਪਣੀ ਪ੍ਰਾਪਰਟੀ ਨਹੀਂ ਦੇਖ ਰਹੇ ਤੇ ਬਾਕੀ ਲੋਕੀ ਕੀ ਦੇਖਣਗੇ? ਦੇਖੋ ਜੀ, ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਨਾ, ਇਹ ਬੜੀਆਂ ਮੇਜਰ ਤੇ ਫੈਕਟ ਹੈਗੀਆਂ। ਸਭ ਤੋਂ ਵੱਡੇ ਅਫਸੋਸ ਵਾਲੀ ਗੱਲ ਹੈਗੀ ਹੈ ਕਿ ਬਈ ਸਾਡੇ ਲੋਕਲ ਬੋਡੀ ਮਿਨਿਸਟਰ, ਸਾਡੇ ਭਗਵੰਤ ਮਾਨ ਸਾਹਿਬ, ਸਾਡੇ ਐਮਟੀਪੀ ਮਿਹਰਬਾਨ ਸਿੰਘ, ਜਿਨ੍ਹਾਂ ਤੇ ਸ਼ਹਿਰ ਪੂਰਾ ਮਿਹਰਬਾਨ ਹੈ, ਜਿਹੜਾ ਵੀ ਇਲੀਗਲ ਕੰਸਟਰਕਸ਼ਨ ਕਰਦਾ ਹੈ ਉਹਦੇ ਤੇ ਮਿਹਰਬਾਨ ਹੈ। ਤੁਸੀਂ ਜੋ ਮਰਜ਼ੀ ਘਰ ਬੈਠੇ ਕਰਾ ਲਓ, ਦਫ਼ਤਰ 'ਚ ਬਹਿ ਕੇ ਕਰਾ ਲਓ। ਉਸ ਬੰਦੇ ਨੂੰ ਪੁੱਛੋ ਤੂੰ ਕਦੀ ਤੂੰ ਸ਼ਹਿਰ ਦਾ ਚੱਕਰ ਲਗਾਇਆ? ਮੈਂ ਅੱਜ ਲੋਕਲ ਬੋਡੀ ਮਿਨਿਸਟਰ ਨੂੰ ਕਹਿਣਾ, ਆਈਐਸ ਅਫਸਰ ਸੰਦੀਪ ਰਿਸ਼ੀ ਨੂੰ ਕਹਿਣਾ, ਤੁਸੀਂ ਮੇਰੇ ਨਾਲ ਚੱਲੋ ਅੱਧਾ ਘੰਟਾ, ਆਓ ਮੇਰੇ ਨਾਲ ਇੱਕ ਸ਼ਹਿਰ ਦਾ ਚੱਕਰ ਲਗਾ ਕੇ ਦਿਖਾਣਾ। ਮੈਂ ਤੁਹਾਨੂੰ ਦਿਖਾਣਾ ਕਿੱਥੇ ਕਿੱਥੇ ਜਾਲੀ ਬਿਲਡਿੰਗਾਂ ਬਣ ਰਹੀਆਂ। ਉਹ ਤੁਹਾਡੇ ਹੀ ਰਸੂਖਦਾਰ ਬੰਦੇ, ਤੁਹਾਡੇ ਨਾਲ ਖਲੋਣ ਵਾਲੇ, ਤੁਹਾਡੇ ਨਾਲ ਫੋਟੋਆਂ ਖਿਚਾਉਣ ਵਾਲੇ ਬੰਦੇ, ਉਹ ਤੁਹਾਡੀ ਛਤਰ ਛਾਇਆ ਥੱਲੇ ਬਿਲਡਿੰਗਾਂ ਬਣਾ ਰਹੇ ਨਜਾਇਜ਼। ਸਰਕਾਰੀ ਜ਼ਮੀਨਾਂ ਦੇ ਕਬਜ਼ੇ ਹੋਣਦੇ ਨੇ, ਕਬਜ਼ੇ, ਮੈਂ ਤੁਹਾਨੂੰ ਸਾਫ਼ ਕਹਿਣਾ। ਲੇਕਿਨ ਗੱਲ ਹੈਗੀ ਆ ਕਿ ਸੁਣੇ ਕੌਣ? ਠੀਕ ਹੈ ਜੀ, ਅੱਖਾਂ ਬੰਦ ਕਰ ਲੈਂਦੇ ਨੇ ਉਸ ਵੇਲੇ। ਜਿਵੇਂ ਬਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਬੰਦ ਕਰਦਾ ਨਾ, ਉਸ ਤਰ੍ਹਾਂ ਹੀ ਅਫਸਰ, ਉਸ ਤਰ੍ਹਾਂ ਹੀ ਆ ਮੰਤਰੀ ਬਿੱਲੀ ਨੂੰ ਵੇਖ ਕੇ ਕਬੂਤਰ ਆਪਣੀ ਅੱਖਾਂ ਬੰਦ ਕਰ ਲੈਂਦੇ ਨੇ। ਇਹ ਕਬੂਤਰ ਹੈਗੇ ਨੇ। ਇੱਕ ਗੱਲ ਕਰੀਏ ਹਾਈ ਕੋਰਟ ਦੀ, ਤਾਂ ਹਾਈ ਕੋਰਟ ਦੇ ਆਰਡਰ ਹੋਣ ਤੋਂ ਬਾਵਜੂਦ ਵੀ ਉਹਦੀ ਲੋਕਲ ਲੈਵਲ ਤੇ ਅਫਸਰਸ਼ਾਹੀ ਜਿਹੜੀ ਇੰਪਲੀਮੈਂਟ ਨਹੀਂ ਕਰਦੀ ਹਾਈ ਕੋਰਟ ਦੇ ਆਰਡਰ, ਤੇ ਇਹਦਾ ਮਤਲਬ ਹਾਈ ਕੋਰਟ ਦੇ ਆਰਡਰ ਕਿਤੇ ਨਾ ਕਿਤੇ ਲੋਕਲ ਲੈਵਲ ਤੇ ਆ ਕੇ ਉਹ ਖਾਰਿਜ ਹੋ ਜਾਂਦੇ ਆ। ਸਰ, ਮੈਂ ਮਾਨਯੋਗ ਹਾਈ ਕੋਰਟ ਦੇ ਉੱਤੇ ਸਾਨੂੰ ਬਹੁਤ ਮਾਣ ਹੈ। ਜਿਸ ਦਿਨ ਹਾਈ ਕੋਰਟ ਦਾ ਡੰਡਾ ਚੱਲਿਆ ਨਾ, ਤੇ ਇਹਨਾਂ ਨੇ ਲੱਭਣਾ ਨਹੀਂ ਇੱਥੇ ਕਿੱਥੇ ਗਏ। ਲੇਕਿਨ ਅਫਸੋਸ ਵਾਲੀ ਗੱਲ ਹੈ, ਜੇ ਤੁਸੀਂ ਲੋਕਲ ਬਾਡੀ ਮਿਨਿਸਟਰ ਜੇ ਸਰਦਾਰ ਇੰਦਰਵੀਰ ਸਿੰਘ ਨਿੱਜਰ ਜੀ, ਜੇ ਤੁਹਾਡੇ ਕੋਲ ਆਪਣਾ ਸ਼ਹਿਰ ਹੀ ਨਹੀਂ ਸੰਭਿਆ ਤਾਂ ਤੁਸੀਂ ਪੰਜਾਬ ਕੀ ਸੰਭੋਗੇ? ਮੈਂ ਤਾਂ ਇੱਕ ਸਲਾਹ ਦੂੰਗਾ ਕਿ ਤੁਸੀਂ ਬੈਟਰ ਹੈਗਾ ਕਿ ਰਿਜ਼ਾਈਨ ਦੇ ਦਿਓ, ਵਧੀਆ ਰਹੋਗੇ। ਕਿਉਂਕਿ ਇਹ ਚੀਜ਼ਾਂ ਤੁਹਾਡੇ ਕੋਲ ਸਾਹਮਣੇ ਵਾਲੇ, ਤੁਹਾਡੇ ਥੱਲੇ ਤੁਹਾਡੀ ਅਫਸਰਸ਼ਾਹੀ ਨਹੀਂ ਤੁਹਾਡੇ ਕੰਮ ਆਉਣ ਦੀ। ਸੰਦੀਪ ਰਿਸ਼ੀ ਵਰਗਾ ਬੰਦਾ, ਸ਼ਹਿਰ ਦੇ ਵਿੱਚ ਇਲੀਗਲ ਕੰਸਟਰਕਸ਼ਨਸ ਹੋ ਰਹੀਆਂ ਨੇ, ਸਭ ਕੁਝ ਹੋ ਰਿਹਾ, ਲੇਕਿਨ ਉਹਦਾ ਧਿਆਨ ਆਪਣੇ ਦਫ਼ਤਰ ਤੋਂ ਬਾਹਰ ਦਾ ਨਹੀਂ ਹੈਗਾ। ਮੈਂ ਕਹਿੰਦਾ ਉਹਨੂੰ, ਆਓ ਮੇਰੇ ਨਾਲ ਚਲੋ, ਮੈਂ ਤੁਹਾਨੂੰ ਸ਼ਹਿਰ ਵਿਖਾਣਾ, ਤੁਸੀਂ ਵੇਖੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਵੀ ਜੇ ਗੱਲ ਕਰੀਏ ਤਾਂ ਤੁਸੀਂ ਮੁੱਦਾ ਚੁੱਕਿਆ ਸੀ ਬਾਂਸਲ ਬਿਲਡਿੰਗ ਦਾ, ਜਿਹੜੀ ਟਰਸਟ ਦੀ ਜ਼ਮੀਨ ਤੇ ਬਣੀ ਹੈ, ਉਸ ਨੂੰ ਵੀ ਬਿਲਡਿੰਗ ਡੇਗਣ ਦੇ ਕੋਰਟ ਵੱਲੋਂ ਆਰਡਰ ਹੋ ਗਏ, ਪਰ ਆਰਡਰ ਹੋਏ ਸਾਲਾਂ ਬੀਤ ਗਏ, ਲੇਕਿਨ ਉਹ ਬਿਲਡਿੰਗ ਜਿਉਂ ਦੀ ਤਿਉਂ ਖੜੀ ਹੈਗੀ ਹੈ। ਤੇ ਕੀ ਕਾਰਨ ਕੋਰਟ ਦੇ ਆਰਡਰ ਹੋ ਜਾਂਦੇ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਹੁੰਦੀ, ਤੇ ਇਸ ਤੋਂ ਬਾਅਦ ਮਤਲਬ ਕਿ ਕੋਰਟ ਦੇ ਆਰਡਰ ਦੀ ਉਲੰਘਣਾ ਨਹੀਂ ਹੈ? ਸਰ ਬਿਲਕੁਲ ਹੈਗੀ ਹੈ ਜੀ ਉਲੰਘਣਾ। ਬੜੇ ਅਫਸੋਸ ਦੀ ਗੱਲ ਹੈ ਕਿ ਮਾਨਯੋਗ ਅਦਾਲਤ ਨੇ ਵੀ ਇੰਨਾ ਕੁਝ ਕੀਤਾ ਹੋਵੇ ਕਿ ਬਿਲਡਿੰਗ ਡਿੱਗੋ। ਉਹ ਜਿਹੜੀ ਬਿਲਡਿੰਗ ਸੀ ਉਹ ਸਿਰਫ ਗਰੀਬ, ਲਾਚਾਰ ਤੇ ਜਿਹੜੇ ਗਰੀਬ ਲੇਡੀਜ਼ ਹੈਗੀਆਂ ਉਹਨਾਂ ਵਾਸਤੇ ਬਣਿਆ ਸੀਗਾ, ਵਿਧਵਾ ਲੇਡੀਜ਼ ਵਾਸਤੇ, ਕਿ ਵੀ ਉਹਨਾਂ ਦਾ ਕੰਮਕਾਰ ਤੇ ਜਾਂ ਜਿਹੜਾ ਵੀ ਉਹਨਾਂ ਦੇ ਮੈਰਿਜ ਵਾਸਤੇ ਜਿਹੜਾ ਹਾਲ ਹੂਲ ਬਣਿਆ ਸੀਗਾ, ਵੀ ਸਸਤੇ ਪੈਸਿਆਂ ਦੇ ਵਿੱਚ ਉਹਨਾਂ ਦਾ ਵਧੀਆ ਕੰਮ ਹੋਵੇ। ਲੇਕਿਨ ਇੱਥੇ ਫਿਰ ਆਈਓ ਗੱਲ ਆ ਜਾਂਦੀ ਹੈ ਕਿ ਇੱਥੇ ਇੱਕ ਨੈਕਸਸ ਬਣਿਆ ਹੋਇਆ ਹੈ। ਨੈਕਸਸ ਹੈਗਾ ਕਰਪਸ਼ਨ ਹਾਊਸ ਦੇ ਵਿੱਚ, ਕਰਪਸ਼ਨ ਮੈਂ ਫੇਰ ਕਹਿਣਾ ਕਿਉਂਕਿ ਉਹ ਭਰੇ ਹੀ ਕਰਪਸ਼ਨ ਵਾਲਾ ਹੈ। ਕਾਰਪੋਰੇਸ਼ਨ ਹਾਊਸ ਤੇ ਆਮ ਜਨਤਾ ਜਿਹੜੇ ਹੈਗੇ ਨੈਕਸਸ ਬਣਾਇਆ, ਜਿਹੜੇ ਬਿਲਡਰਸ ਆਪਣੇ ਨੂੰ ਕਹਿੰਦੇ ਨਾ, ਜਿਵੇਂ ਐਡੇ ਐਡੇ ਵੱਡੇ ਬੰਦੇ ਜਿਨ੍ਹਾਂ ਨੇ ਬਿਲਡਿੰਗਾਂ ਖਰੀਦ ਕੇ ਸ਼ਹਿਰ ਨੂੰ ਲਾਚਾਰ ਕਰਤਾ। ਠੀਕ ਹੈ ਜੀ, ਇਹ ਉਹਨਾਂ ਦੇ ਵਿੱਚ ਇੱਕ ਅੰਡਰਸਟੈਂਡਿੰਗ ਬਣੀ ਹੋਈ ਹੈ। ਜਦੋਂ ਅੰਡਰਸਟੈਂਡਿੰਗ ਜਦ ਤੱਕ ਉਦੋਂ ਹੀ ਟੁੱਟੇਗੀ ਜਦ ਤੱਕ ਡਿੱਗੇਗਾ ਨਹੀਂ। ਸਾਡਾ ਜਿਹੜਾ ਵਿਸ਼ਵਾਸ ਹੈ ਉਹ ਖੋਇਆ ਜਾ ਰਿਹਾ, ਸਾਡਾ ਨੁਕਸਾਨ ਹੋ ਰਿਹਾ, ਆਮ ਜਨਤਾ ਦੇ ਨਾਲ ਧੋਖਾ ਹੋ ਰਿਹਾ। ਲੇਕਿਨ ਮੈਂ ਚਾਹੁੰਦਾ ਕਿ ਤੁਹਾਡੇ ਚੈਨਲ ਦੇ ਰਾਹੀਂ ਮੈਂ ਫੇਰ ਜਨਤਕ ਕਰਾਂ ਆਪਣੀ ਆਵਾਜ਼, ਜਿਹੜਾ ਕੰਮ ਗਲਤ ਹੋ ਰਿਹਾ ਨਹੀਂ ਹੋਏਗਾ ਤੇ ਫਾਈਨਲੀ ਮੈਨੂੰ ਫੇਰ, ਕਿਉਂਕਿ ਸਾਨੂੰ ਇਨਸਾਫ ਜਿਹੜਾ ਮਾਨਯੋਗ ਅਦਾਲਤ 'ਚ ਮਿਲਦਾ, ਹਾਈ ਕੋਰਟ ਹੀ ਜਾਂਦਾ। ਉਹ ਕੋਈ ਗੱਲ ਨਹੀਂ, ਨਾ ਹੋਏਗਾ ਕੋਈ ਗੱਲ ਨਹੀਂ, ਥੋੜੇ ਦਿਨਾਂ ਬਾਅਦ ਮੈਂ ਫੇਰ ਹਾਈ ਕੋਰਟ ਜਾਵਾਂਗਾ ਤੇ ਉੱਥੇ ਜਾ ਕੇ ਬੇਨਤੀ ਕਰਾਂਗਾ ਜਨਾਬ ਨੂੰ ਕਿ ਦੇਖੋ ਜੀ, ਪੰਜਾਬ ਦੇ ਵਿੱਚ ਫੇਰ ਧੱਕੇ ਹੋਣ ਡੇ ਜੇ, ਕਬਜ਼ੇ ਹੋਣ ਡੇ ਜੇ, ਸੜਕਾਂ ਦੇ ਉੱਤੇ ਕਬਜ਼ੇ ਹੋਣ ਡੇ ਜੇ, ਆਹ ਜਿਹੜੇ ਹੈਗੇ ਨੇ ਆਪਣਾ ਲੈਂਡ ਮਾਫੀਆ ਜਿਹੜੇ ਸ਼ਰੇਆਮ ਧੱਕੇ ਕਰਨ ਡੇ ਨੇ। ਤੁਹਾਡੇ ਮੁਤਾਬਿਕ ਕਿੰਨੀਆਂ ਕੀ ਇਸ ਤਰ੍ਹਾਂ ਦੀ ਇਲੀਗਲ ਕੰਸਟਰਕਸ਼ਨ ਹੈਗੀਆਂ ਜਾਂ ਕਿੰਨੀਆਂ ਕੀ ਇਨਕਰੋਚਮੈਂਟ ਹੈਗੀ ਹੈ ਜਿਹੜੀ ਕਿ ਸ਼ਰੇਆਮ ਮੇਨ ਰੋਡ ਤੇ, ਨਾ ਕਿ ਲੁਕ ਲੁਕਾ ਕੇ ਮੇਨ ਰੋਡ ਤੇ ਪ੍ਰਸ਼ਾਸਨ ਦੀ ਅੱਖਾਂ ਦੇ ਸਾਹਮਣੇ ਹੋ ਰਹੀ ਹੈ, ਫਿਰ ਵੀ ਪ੍ਰਸ਼ਾਸਨ ਮੌਨ ਹੈ? ਮੈਂ ਕੈਲਾਸ਼ ਜੀ ਤੁਹਾਨੂੰ ਬੇਨਤੀ ਕਰਾਂਗਾ, ਤੁਸੀਂ ਲਾਰੈਂਸ ਰੋਡ ਤੇ ਬੰਸਲ ਸਵੀਟ, ਬੰਸਲ ਬੇਕਰੀ, ਕਾਨਾ ਸਵੀਟ, ਇਧਰੋਂ ਆ ਜਾਓ ਤੁਸੀਂ ਵੱਡੀ ਨੋਵਲਟੀ ਸਵੀਟਸ, ਤੁਸੀਂ ਵੇਖੋਗੇ ਇਹਨਾਂ ਨੇ ਕਬਜ਼ੇ ਪੂਰੇ ਕੀਤੇ ਹੋਏ ਨੇ ਪ੍ਰੋਪਰ, ਕਿ ਥੱਲਿਓਂ ਬੇਸਮੈਂਟ ਆ ਰੇਸ ਕਰਕੇ ਇਹਨਾਂ ਨੇ ਬਿਲਡਿੰਗਾਂ ਖੜੀਆਂ ਕੀਤੀਆਂ ਹੋਈਆਂ। ਤੁਸੀਂ ਅੱਜ ਵੇਖੋਗੇ, ਅੱਜ ਲਾਰੈਂਸ ਰੋਡ ਤੇ, ਚਲੋ ਮੈਂ ਮਿਨੀਮਮ ਰੇਟ ਕਹਿ ਰਿਹਾ, ਮੈਂ ਬਾਜ਼ਾਰ ਦਾ ਰੇਟ ਕਹਿ ਰਿਹਾ, ਮੈਂ ਸਰਕਾਰੀ ਰੇਟ ਨਹੀਂ, ਮੈਂ ਮਿਨੀਮਮ ਰੇਟ ਲਾ ਕੇ ਚੱਲੀਏ, ਜੇ ਲੱਖ ਰੁਪਏ ਗੱਜ ਦੇ ਹਿਸਾਬ ਨਾਲ ਵੀ, ਤਾਂ ਤੁਸੀਂ ਵੇਖੋ ਜੇ ਕਿਸੇ ਨੇ ਅੱਜ 100 ਗੱਜ ਵੀ ਜਗ੍ਹਾ ਉੱਤੇ ਕਬਜ਼ਾ ਕੀਤੀ ਤੇ ਤੁਸੀਂ ਉਹ ਹਿਸਾਬ ਲਗਾ ਲਓ ਕਿ ਉਹ ਕਿੱਥੇ ਜਾਂਦੀ ਹੈ। 1 ਕਰੋੜ ਰੁਪਏ ਦੀ ਜਿਹੜੀ ਸਰਕਾਰੀ ਜਗ੍ਹਾ ਕਬਜ਼ਾ ਕੀਤਾ ਇਹਨਾਂ ਨੇ। ਬੜੇ ਅਫਸੋਸ ਦੀ ਗੱਲ ਹੈ। ਪਰ ਉਹ ਕਬਜ਼ੇ ਦੇ ਬਾਅਦ ਵੀ ਪ੍ਰਸ਼ਾਸਨ ਮੌਨ ਹੈ। ਅਫਸੋਸ ਇਸ ਤੇ ਜ਼ਿਆਦਾ ਹੋਰ ਕੀ ਹੋ ਸਕਦਾ ਕਿ ਕਬਜ਼ੇ ਦੀ ਜਗ੍ਹਾ ਹੋਣ ਦੇ ਬਾਅਦ ਵੀ ਪ੍ਰਸ਼ਾਸਨ ਮੌਨ ਹੋਵੇ ਉੱਥੇ? ਸਰ ਵੱਡੇ ਵੱਡੇ ਅਫਸਰ ਅੱਖਾਂ ਬੰਦ ਕਰਕੇ ਬੈਠੇ ਨੇ। ਮੈਂ ਤੁਹਾਨੂੰ ਦੱਸਿਆ ਕਬੂਤਰ ਬਣੇ ਹੋਏ ਨੇ।
ਜਿਹੜੇ ਕਿ ਅੱਖਾਂ ਖੋਲਦੇ ਨਹੀਂ ਕਿ ਸਾਨੂੰ ਪਤਾ ਹੀ ਨਹੀਂ ਜੀ ਕੋਈ ਸ਼ਹਿਰ ਦੇ ਵਿੱਚ ਕੀ ਹੋ ਰਿਹਾ। ਉਹ ਜਨਾਬ ਫਿਰ ਤੁਸੀਂ ਇਸ ਕਾਬਲ ਹੀ ਨਹੀਂ ਹੋ ਗਏ ਕਿ ਤੁਸੀਂ ਇਹ ਸੀਟ ਤੇ ਬੈਠੋ ਕਿ ਤੁਹਾਨੂੰ ਪਤਾ ਲੱਗੇ ਕਿ ਸ਼ਹਿਰ ਦੇ ਵਿੱਚ ਹੁੰਦਾ ਕੀ ਪਿਆ। ਤੁਸੀਂ ਸਿਰਫ ਲੋਕਾਂ ਦੇ ਕਨੈਕਸ਼ਨ ਕੱਟ ਸਕਦੇ ਹੋ, ਗਰੀਬ ਬੰਦਿਆਂ ਦੇ ਪਾਣੀਆਂ ਦੇ, ਠੀਕ ਹੈ ਜੀ। ਉਹਨਾਂ ਦੇ ਕੋਈ ਇਹ ਤੁਹਾਡਾ ਸੀਵਰੇਜ ਦਾ ਨਹੀਂ ਹੈਗਾ ਜੀ, ਇਹਨੂੰ ਕੱਟ ਦਿਓ ਜੀ, ਇਹਨਾਂ ਦਾ ਬੰਦ ਕਰ ਦਿਓ ਜੀ। ਜੇ ਕਿਸੇ ਗਰੀਬ ਨੇ ਖੋਖਾ ਲਗਾਇਆ ਉਹਨੂੰ ਪੁੱਟ ਦਿਓ ਜੀ, ਬਸ ਹੋਰ ਕੁਝ ਨਹੀਂ। ਜੇ ਕੋਈ ਸ਼ਾਹੂਕਾਰ ਵੱਡਾ ਲੈਂਡ ਮਾਫੀਆ ਜੇ ਬਿਲਡਿੰਗ ਖੜੀ ਕਰ ਰਿਹਾ ਵਿਦਆਊਟ ਐਨਓਸੀ, ਉਹ ਬਿਲਡਿੰਗਾਂ ਵੇਚਣ ਡਿਆ, ਦੁਕਾਨਾਂ ਵੇਚਣ ਡਿਆ, ਉਹ ਤੇ ਤੁਹਾਡਾ ਕੋਈ ਧਿਆਨ ਨਹੀਂਗਾ ਜੀ। ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ। ਫਿਰ ਉਹੀਓ ਗੱਲ ਕਿ ਅੰਮ੍ਰਿਤਸਰ ਵਿੱਚ ਹੀ ਇਹਨਾਂ ਦਾ ਸਾਰਾ ਕੀਤਾ 20 ਸਾਲ ਤੋਂ ਮੈਂ ਦੇਖਦਾ ਫਰੋਮ ਪੀਸੀਐਸ ਟੂ ਆਈਐਸ ਅਫਸਰ ਤੁਸੀਂ ਉਹ ਇੱਥੇ ਹੀ ਰਹੇ ਨੇ, ਭਾਵੇਂ ਕਿਸੇ ਡਿਪਾਰਟਮੈਂਟ 'ਚ, ਭਾਵੇਂ ਇੰਪਰੂਵਮੈਂਟ ਟਰਸਟ ਚਲ ਗਏ, ਭਾਵੇਂ ਪੂਡਾ ਚਲ ਗਏ, ਭਾਵੇਂ ਏਡੀਏ 'ਚ ਆ ਗਏ, ਭਾਵੇਂ ਕਾਰਪੋਰੇਸ਼ਨ 'ਚ ਆਏ, ਉਹਨਾਂ ਦੀ ਸਰਵਿਸ ਜਿਹੜੀ ਹੈ ਉਹ ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ ਆ ਗਈ ਹੈ। ਲੇਕਿਨ ਅੰਮ੍ਰਿਤਸਰ 'ਚ ਰਹਿ ਕੇ ਵੀ ਅੰਮ੍ਰਿਤਸਰ ਧਿਆਨ ਹੀ ਨਹੀਂ ਗਾ ਉਹਨਾਂ ਦਾ। ਕੀ ਕਾਰਨ ਹੈ ਕਿ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ ਸਰਵਿਸ ਤੇ ਤੀਸਰੀ ਵਾਰ ਕਾਰਪੋਰੇਸ਼ਨ ਦੀ ਪਦਵੀ ਸੰਭਾਲੀ ਉਹਨਾਂ ਨੇ? ਸਰ ਇਹ ਤੇ ਹੁਣ ਸੰਦੀਪ ਰਿਸ਼ੀ ਦੱਸਣਗੇ ਕਿ ਬਈ ਉਹ ਕਿਉਂ ਅੰਮ੍ਰਿਤਸਰ ਨਾਲ ਜਾਤੀ ਪਿਆਰ ਰੱਖਦਾ ਜਾਂ ਕੀ ਸਿਸਟਮ ਹੈ, ਜਾਂ ਫਿਰ ਇਹੋ ਜਿਹੇ ਵੱਡੇ ਵੱਡੇ ਲੈਂਡ ਮਾਫੀਆ ਦੇ ਨਾਲ ਸ਼ਾਇਦ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਮਤਲਬ ਪਿਆਰ ਹੈਗਾ ਜਾਂ ਅੰਡਰਸਟੈਂਡਿੰਗ ਹੈਗੀ ਹੈ, ਜਿਹੜਾ ਕਿ ਮੈਂ ਸਮਝਦਾ ਕਿ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਜਿਹੜੀ ਬਰਦਾਸ਼ਤ ਤੋਂ ਬਾਹਰ ਹੈ। ਉਹਨਾਂ ਨੂੰ ਚਾਹੀਦਾ ਕਿ ਤੁਸੀਂ ਇੱਕ ਬੜੇ ਵੱਡੇ ਕਾਬਲ ਅਫਸਰ ਹੋ, ਤੁਹਾਨੂੰ ਚਾਹੀਦਾ ਜੋ ਸ਼ਹਿਰ ਦੇ ਵਿੱਚ ਗਲਤ ਕੰਮ ਹੋ ਰਿਹਾ ਇਹਨੂੰ ਬੰਦ ਕਰਾਉਣ, ਅਮਨਦੀਪ ਦੀ ਬਿਲਡਿੰਗ ਬੰਦ ਕਰਾਉਣ, ਅਮਨਦੀਪ ਦੀ 2 ਬਿਲਡਿੰਗਾਂ ਦੇ ਵਿੱਚ ਜਿਹੜਾ ਪੁਲ ਬਣਿਆ ਉਹਨੂੰ ਇਮੀਡੀਏਟਲੀ ਢਾਣ, ਠੀਕ ਹੈ ਜੀ। ਇਹ ਜਿਹੜੇ ਲਾਰੈਂਸ ਰੋਡ ਤੇ ਜਿਹੜੇ ਬੰਸਲ ਸਵੀਟਸ ਵਗੈਰਾ ਜਾਂ ਬੰਸਲ ਬੇਕਰਸ ਨੇ ਕਬਜ਼ੇ ਕੀਤੇ ਨੇ ਉਹਨਾਂ ਨੂੰ ਇਮੀਡੀਏਟਲੀ ਢਾਣ। ਜੇ ਨਹੀਂ ਹੈ ਤੇ ਮੇਰੇ ਨਾਲ ਚਲੋ, ਮੈਂ ਨਾਲ ਜਾਣਾ ਉਹਨਾਂ ਦੇ, ਮੈਂ ਦਿਖਾਣਾ ਕਿ ਇਹ ਪੋਜੀਸ਼ਨ ਹੈਗੀ ਜੇ, ਤੇ ਮੇਰੇ ਨਾਲ ਚਲੋ। ਕਿੱਥੇ ਕਿੱਥੇ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ ਮੈਂ ਦੱਸਦਾ, ਕਿੱਥੇ ਕਿੱਥੇ ਇਲੀਗਲ ਇਨਕਰੋਚਮੈਂਟ ਹੋਈ ਹੈ ਮੈਂ ਦੱਸਾਂਗਾ ਤੁਹਾਨੂੰ। ਇਸ ਦੇ ਬਾਬਤ ਤੁਸੀਂ ਕਮਿਸ਼ਨਰ ਆਫ ਕਾਰਪੋਰੇਸ਼ਨ ਕਮਿਸ਼ਨਰ ਨੂੰ ਕੋਈ ਕੰਪਲੇਂਟ ਵਗੈਰਾ ਜਾਂ ਕੋਈ ਲੈਟਰ ਪਾਈ ਉਹਨਾਂ ਨੂੰ ਕਿ ਇਨਲੀਗਲ ਕੰਸਟਰਕਸ਼ਨ ਦੀ? ਗੱਲ ਪਤਾ ਕਿ ਕਲਾ ਜੀ ਇਹ ਸ਼ੁਰੂਆਤ ਹੈ, ਤੁਹਾਡੇ ਚੈਨਲ ਰਾਹੀਂ ਸ਼ੁਰੂਆਤ ਹੈ। ਮੈਂ ਚਾਹੁੰਦਾ ਕਿ ਆਵਾਮ ਤੱਕ ਮੇਰੀ ਆਵਾਜ਼ ਪਹੁੰਚੇ, ਇਹ ਮੈਸੇਜ ਉੱਥੋਂ ਤੱਕ ਕਨਵੇ ਹੋਵੇ ਤੇ ਜਲਦ ਤੋਂ ਜਲਦ ਸੁਧਾਰ ਹੋਵੇ। ਜੇ ਨਹੀਂ ਹੈ ਤਾਂ ਉਸ ਤੋਂ ਬਾਅਦ ਜਿਹੜਾ ਦੂਜਾ ਸੀ ਸਿਲਸਿਲਾ ਲੀਗਲ ਦਾ ਉਹ ਮੈਂ ਜ਼ਰੂਰ ਅਪਣਾਵਾਂਗਾ ਜੀ। ਤੇ ਲੀਗਲ ਦਾ ਸਿਲਸਿਲਾ ਜ਼ਰੂਰ ਅਪਣਾਉਣਗੇ ਤੇ ਹਾਈ ਕੋਰਟ ਤੱਕ ਜਾ ਚੁੱਕੇ ਆ, ਹੋਰ ਵੀ ਕਈ ਮੁੱਦੇ ਲੈ ਚੁੱਕੇ ਆ। ਫਿਲਹਾਲ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਇਲੀਗਲ ਕੰਸਟਰਕਸ਼ਨ ਦੀ ਬਾਰ-ਬਾਰ ਮੁੱਦਾ ਚੁੱਕਿਆ ਜਾਂਦਾ ਹੈ, ਬਾਰ-ਬਾਰ ਪੇਪਰ ਦੀ ਸੁਰਖੀ ਹੈ ਬੰਦਾ, ਵੱਡੇ ਵੱਡੇ ਅਖਬਾਰਾਂ ਦੀ ਸੁਰਖੀ ਹੈ ਬੰਦਾ, ਪਰ ਕਿਤੇ ਨਾ ਕਿਤੇ ਇਹ ਮਾਮਲਾ ਠੰਡਾ ਹੋ ਜਾਂਦਾ ਹੈ। ਤੇ ਸਭ ਤੋਂ ਵੱਡਾ ਸਵਾਲ ਕਿ ਇੱਕ ਕਮਿਸ਼ਨਰ ਆ ਕੇ ਬਿਲਡਿੰਗ ਸੀਲ ਕਰਦਾ ਤੇ ਦੂਸਰਾ ਕਮਿਸ਼ਨਰ ਦੇ ਆਉਂਦੇ ਹੋਏ ਬਿਲਡਿੰਗ ਦੀ ਸੀਲ ਟੁੱਟ ਜਾਂਦੀ ਹੈ ਤੇ ਕੰਸਟਰਕਸ਼ਨ ਸ਼ੁਰੂ ਹੋ ਜਾਂਦੀ ਹੈ। ਇਹ ਵੀ ਬੜਾ ਵੱਡਾ ਪ੍ਰਸ਼ਾਸਨ ਦੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਅਸੀਂ ਇਸ ਦੇ ਕੜੀ ਦੇ ਵਿੱਚ ਹੋਰ ਵੀ ਪਹਿਲੂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਬਣੇ ਰਹੋ ਲਾਈਵ ਭਾਰਤ ਦੇ ਨਾਲ। ਕੈਮਰਾਮੈਨ ਸ਼ਾਮ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ। ਨਹੀਂ, ਜਿਹੜੇ ਪਿਛਲੇ ਸਮੇਂ ਦੇ ਵਿੱਚ ਹੋਟਲ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਜਾਂ ਕੁਝ ਜਿਹੜੀਆਂ ਬਿਲਡਿੰਗ ਸੀਲ ਕੀਤੀਆਂ ਗਈਆਂ ਸੀ, ਜਿਨ੍ਹਾਂ ਦੇ ਵਿੱਚ ਤੇ ਕਿਸੇ ਵੱਲੋਂ ਨਕਸ਼ਾ ਨਹੀਂ ਪਾਸ ਕਰਵਾਇਆ ਗਿਆ ਔਰ ਇਲੀਗਲ ਬਣਾਈ ਗਈ ਔਰ ਟੋਟਲੀ ਬੰਦ ਰਹਿਣਗੀਆਂ ਜਦੋਂ ਤੱਕ ਅਗਲਾ ਕੋਈ ਨਕਸ਼ਾ ਨਹੀਂ ਅਪਲਾਈ ਕਰਦਾ ਜਾਂ ਉਹਨੂੰ ਪਾਸ ਕਰਨ ਲਈ ਸਾਡੇ ਕੋਲ ਅਪਰੋਚ ਨਹੀਂ ਕਰਦਾ। ਜਿਹੜੀਆਂ ਕੋਈ ਬਿਲਡਿੰਗਾਂ ਜਿਨ੍ਹਾਂ ਦੇ ਵਿੱਚ ਕੋਈ ਨਕਸ਼ੇ ਪਾਸ ਸੀ ਜਾਂ ਸੀਐਲਯੂ ਹੋਏ ਆ, ਉਹਨਾਂ ਵਿੱਚ ਵਾਇਲੇਸ਼ਨ ਕੀਤੀਆਂ ਨੇ, ਉਹ ਜੇਕਰ ਸਾਨੂੰ ਵਿਅਕਤੀ ਆਪ ਦੀ ਸਟੇਟਮੈਂਟ ਦੇਵੇਗਾ, ਸਾਡੇ ਕੋਲ ਐਫੀਡੇਵਿਟ ਦੇਵੇਗਾ ਕਿ ਮੈਂ ਆਪ ਦੀ ਬਿਲਡਿੰਗ ਠੀਕ ਕਰਨ ਨੂੰ ਤਿਆਰ ਹਾਂ, ਤਾਂ ਅਸੀਂ ਉਹਦੀ ਐਪਲੀਕੇਸ਼ਨ ਨੂੰ ਕੰਸੀਡਰ ਕਰ ਸਕਦੇ ਹਾਂ, ਬਸ਼ਰਤੇ ਉਹ ਜਿਹੜੀਆਂ ਵਾਇਲੇਸ਼ਨਸ ਹੈਗੀਆਂ ਉਹਨਾਂ ਨੂੰ 100% ਰਿਮੂਵ ਕਰੇ। ਜੇਕਰ ਸਾਡੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਨੇ, ਅਸੀਂ ਕੋਈ ਨਾ ਕੋਈ ਬਿਲਡਿੰਗ ਇਸ ਤਰ੍ਹਾਂ ਸਾਡੇ ਕੋਲ ਓਨਰ ਆ ਗਿਆ ਕਿ ਮੈਂ ਵਾਇਲੇਸ਼ਨ ਕੀਤੀਆਂ ਨੇ ਤੇ ਮੈਂ ਆਪਣੀ ਵਾਇਲੇਸ਼ਨ ਠੀਕ ਕਰ ਦੇਵਾਂਗਾ, ਜੇ ਉਹ ਵਾਇਲੇਸ਼ਨਾਂ ਠੀਕ ਕਰਨ ਦੀ ਸਾਡੇ ਕੋਲ ਐਫੀਡੇਵਿਟ ਦਿੰਦਾ ਹੈ, ਅਸੀਂ ਉਹਨੂੰ ਬਿਲਡਿੰਗ ਉਹਦੀ ਡੀਸੀਲ ਕਰਦੇ ਹਾਂ। ਔਰ ਡੀਸੀਲ ਕਰਨ ਉਪਰੰਤ ਕੰਸਰਨਡ ਏਟੀਪੀ, ਕੰਸਰਨਡ ਬਿਲਡਿੰਗ ਇੰਸਪੈਕਟਰ ਔਰ ਐਮਟੀਪੀ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਕਿ ਉਸ ਬਿਲਡਿੰਗ ਨੂੰ ਮੋਨੀਟਰ ਕਰਨਾ। ਜੇਕਰ ਕਿਸੇ ਵਿਅਕਤੀ ਨੇ ਇਹੋ ਜਿਹਾ ਕੰਮ ਨਹੀਂ ਕਰਨਾ ਠੀਕ ਕਰਨ ਵਾਲਾ, ਤਾਂ ਉਹ 5-7 ਦਿਨਾਂ ਵਿੱਚ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਨੇ ਕੰਮ ਜਿਹੜਾ ਹੈ ਬਿਲਡਿੰਗ ਕਰੈਕਸ਼ਨ ਕਰਨ ਵਾਲਾ ਕੰਮ ਨਹੀਂ ਕਰਨਾ, ਤਾਂ ਅਸੀਂ ਵਿਦਨ 7-8 ਡੇਜ਼ ਉਹਨੂੰ ਦੁਬਾਰਾ ਸੀਲ ਕਰ ਸਕਦੇ ਹਾਂ। ਸੋ ਜੇ ਕਿਸੇ ਵਿਅਕਤੀ ਨੇ ਇਹੋ ਜਿਹੀ ਸਟੇਟਮੈਂਟ ਦੇ ਕੇ ਬਿਲਡਿੰਗ ਖੁਲਵਾਈ ਆ ਔਰ ਉਸ ਤੋਂ ਬਾਅਦ ਉਹਨੇ ਆਪਣੀ ਜਿਹੜੀ ਇੰਟੈਂਸ਼ਨ ਆ ਉਹ ਸਾਨੂੰ ਸ਼ੋਅ ਨਹੀਂ ਕੀਤੀ, ਜੇਕਰ ਕਿਸੇ ਵਿਅਕਤੀ ਨੇ ਕੋਈ ਬਿਲਡਿੰਗ ਖੁਲਵਾ ਲਈ ਆ, ਖੁਲਵਾਉਣ ਤੋਂ ਬਾਅਦ ਉਹਦਾ ਕੰਮ ਸ਼ੁਰੂ ਕਰ ਲਿਆ ਉਹਨੇ ਕਿ ਮੈਂ ਫਿਨਿਸ਼ਿੰਗ ਕਰ ਲਵਾਂਗਾ, ਤਾਂ ਉਹ ਭੁਲੇਖੇ 'ਚ ਬੰਦਾ ਰਹੇਗਾ। ਅਸੀਂ 7-8 ਦਿਨਾਂ ਬਾਅਦ ਅਸੀਂ ਉਹਦਾ ਸਟੇਟਸ ਚੈੱਕ ਕਰਨਾ ਕਿ ਉਹਨੇ ਬਿਲਡਿੰਗ ਜਿਹੜੀ ਆ ਉਹ ਜਿਹੜੀ ਉਹਦੀ ਫਿਨਿਸ਼ਿੰਗ ਸ਼ੁਰੂ ਕੀਤੀ ਹੈ ਕਿ ਉਹਨੇ ਉਹਦੀ ਤੋੜ ਤੜਾਈ ਸ਼ੁਰੂ ਕੀਤੀ ਹੈ। ਜੇਕਰ ਤੋੜ ਤੜਾਈ ਨਹੀਂ ਸ਼ੁਰੂ ਕੀਤੀ 7-8 ਦਿਨਾਂ ਦੇ ਵਿੱਚ, ਤੇ ਉਹ ਬਿਲਡਿੰਗ ਦੁਬਾਰਾ ਸੀਲ ਹੋਏਗੀ, ਉਹ ਦੁਬਾਰਾ ਖੁੱਲੇਗੀ ਨਹੀਂ ਫਿਰ ਮੁੜ ਕੇ। ਇੱਕ ਸਰ ਜਿਹੜਾ ਬਾਂਸਲ ਸਵੀਟਾਂ ਦਾ ਜੋ ਕਹਿ ਰਹੇ ਸੀ ਕਿ ਉਹਨਾਂ ਨੇ ਕੰਸਟਰਕਸ਼ਨ ਲਈ ਕਾਫੀ ਵਾਰ ਫੁੱਟਪਾਥ ਤੱਕ ਰਾਜੀ ਹੈ। ਬਾਂਸਲ ਬੇਕਰ ਦੇ ਸਾਹਮਣੇ ਇੱਕ ਬਿਲਡਿੰਗ ਜਿਹੜੀ ਆ ਉਹ ਕਮਰਸ਼ੀਅਲ ਨਕਸ਼ਾ ਪਾਸ ਕਰਵਾ ਕੇ ਸੀਐਲਯੂ ਭਰ ਕੇ 3 ਮੰਜ਼ਿਲਾ ਬਿਲਡਿੰਗ ਪਾਸ ਹੋਈ ਸੀ, ਪਰ ਉਸ ਮਾਲਕ ਵੱਲੋਂ ਜੋ ਮੈਨੂੰ ਦੱਸਿਆ ਗਿਆ ਸਟਾਫ ਨੂੰ 5 ਮੰਜ਼ਿਲਾ ਦੇ ਲੱਗ ਸਕੇ ਦੀ ਸਾਰੀ ਕਰ ਲਈ ਸੀ। ਉਹਦੇ 'ਚ ਵਾਇਲੇਸ਼ਨ, ਹਾਊਸ ਲਾਈਨ ਦੀ ਵਾਇਲੇਸ਼ਨ ਵੀ ਸੀ। ਉਹਦੇ ਕੋਲੋਂ ਉਹਨੇ ਸਾਡੇ ਕੋਲ ਐਪਲੀਕੇਸ਼ਨ ਦਿੱਤੀ ਕਿ ਮੈਂ ਆਪਣੀ ਬਿਲਡਿੰਗ ਠੀਕ ਕਰਾਂਗਾ, ਵਿਦਨ 2 ਮੰਥਸ ਠੀਕ ਕਰਾਂਗਾ, ਪਰ ਠੀਕ ਕਰਨ ਲਈ ਚਲੋ 2 ਮਹੀਨੇ ਲੱਗਣੇ ਆ, ਪਰ ਉਹਨੂੰ ਅਸੀਂ ਕੰਡੀਸ਼ਨ ਲਗਾ ਕੇ
ਜਿਹੜੀ ਹੈ ਉਹਦੇ ਵਿੱਚ ਕੰਸਰਨਡ ਬਿਲਡਿੰਗ ਇੰਸਪੈਕਟਰ ATP ਦੀ ਜ਼ਿੰਮੇਵਾਰੀ ਬਣਾਈ ਗਈ ਹੈ, ਉਹਨੂੰ ਡੇਲੀ ਦੇਖਣਗੇ। ਜੇਕਰ ਉਹ ਬਿਲਡਿੰਗ ਵਾਲਾ ਮਾਲਕ ਜਿਹੜਾ ਹੈ ਉਹ ਬਿਲਡਿੰਗ ਨੂੰ ਠੀਕ ਕਰਨ ਦੀ ਸਟੈਪ ਨਹੀਂ ਚੁੱਕੇਗਾ ਤਾਂ ਅਸੀਂ 7-8 ਦਿਨਾਂ 'ਚ ਉਹਨੂੰ ਸੀਲ ਕਰ ਦਾਂਗੇ ਦੁਬਾਰਾ।